ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ। ਕਬੀਰ ਸੰਗਤ ਸਾਧ ਕੀ ਦਿਨ ਦਿਨ ਤੂੰ ਨਾਇਤ ਸਾਗਤ ਕਾਰੀ ਕਾਂਬਰੇ ਤੋਏ ਹੋਏ ਨਾਜ਼ਿਤ ਅੰਤ ਨ ਪਾਵਤ ਦੇਵ ਸਵੈ ਮਨ ਇੰਦਰ ਮਹਾਦੇਵ ਜੋਗ ਕਰੇ ਹੁਣ ਵੇਦ ਬ੍ਰਹੰਚ ਵਿਚਾਰ ਰਹਿਓ ਹਰ ਜਾਪਨ ਜਾਡਿਓ ਏਕ ਕਰੇ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਦ੍ਰਿੜ ਨਿਹਾਲ ਕਰੇ ਰਾਮਦਾਸ ਗੁਰੂ ਜਗਤਾਰਨ ਕਹੋ ਗੁਰ ਜੋਤ ਹਰ ਜਨ ਮਾਇ ਤਰੇ ਲੈ ਕੇ ਵਿੱਚ ਲਾਲੋ ਜੀ ਜਨਮ ਤੁਮਾਰੇ ਲੈ ਕੇ ਵਿੱਚ ਲਾਲੋ ਜੀ ਤੁਮਾਰੇ ਸਾਧ ਸੰਗਤ ਜਿਤਨੇ ਕਮਾਈ ਭਾਈ ਜੁਗੋ ਜੁਗ ਟਲ ਸ਼ਬਦ ਦਾ ਅਵਤਾਰ ਗੁਰਤਾ ਗਤੀ ਤੇ ਬਿਰਾਜਮਾਨ ਚਵਰ ਤਖ ਦੇ ਮਾਲਕ ਵਾਲੀ ਦੋ ਜਹਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ ਪਹੁੰਚੇ ਹੋ। ਭਾਈ ਅਮਨਦੀਪ ਸਿੰਘ ਜੀ ਦੇ ਸਮੂਹ ਪਰਿਵਾਰ ਦੇ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਦਾ ਓਟਾ ਆਸਰਾ ਲੈਂਦਿਆਂ ਹੋਇਆਂ ਤੁਰ ਕੇ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ
दयाल पुरख मेहरबाना, हर नानक साच बखाना। अलाही बाणी दे रबी बाणी दे श्री अखंड पाठ साहिब प्रारंभ करवाए सी। गुरु बाबा जी की महान रहमत दा सदका अलाही बाणी दे जाप कुछ क टाइम पहला संपूर्ण हो चुके हैं। साध संगत परमात्मा का जो नाम है, जड़ी रबी बाणी श्री गुरु नानक देव जी महाराज ने ये निरंकार दी दरगाह दे विचों अपने वर्गे कलयुगी जीवा दे भले वास्ते लियांदी है। बड़ियां दे उपर गुरु बाबा जी की कृपा भी हो रही है, जिन्हां दे मन के अंदर है बड़ी शरधा भावना। साध संगत बड़े सांझी महाराज और छोटे सांझी महाराज दे चरणा च कोई भी प्रेमी जग्यासू चल करके आउंदा, ये पूर्ण महापुरखों की निशानी है। उन्हां दा बहुत बड़ा एक गुण होया करदा है भी जेड़े प्रवचन आपां नूं गुरु कलगीधर सच्चे पातशाह ने भी मनण वास्ते हदायत की हुई है। साध संगत उन्हां बचना के मुताबिक ही, चाहे कोई जग्यासू बड़े सांझी महाराज या छोटे सांझी महाराज के पास चलिया जाता, जिन्हां ने भी आप जानते हाँ भी हरेक के मन दे विच इच्छा कामना तो तकरीबन होया ही करती है। निष्काम जड़े सेवक दास से बिरले बिरले होया करते हैं। कोट मदे कोई संत दिखाया। साध संगत इहो जे त्यागी बैरागी राजा जोगी नाम रसीए परमात्मा दे विच मिले होए, ये टामे टामे ही कहते दुनिया दे विच होया करते हैं। सुपाई मुखपाल सिंह जी उन्होंने भी आप जी दे नाल गुरमत दियां विचारां दी सांझ पाउंदियां आया यही जिहड़ी सच्चाई प्रगट कीती है। साध संगत जिहड़ा भी बचन गुरु बाबा जी ने अपनी रसना तो गुरबाणी दे विच उचारण किया होया, उन्हों कोई भी तिन्ना लोकां 14 भवनां दे विच उल्टाउण वाला पैदा होया ही नहीं, ना किसी ने आने वाले समय दे विच जम्मण है। साध संगत रबी बाणी दे शब्दां दा जाप करदियां कितनियां दियां तां जड़ियां ने शरीरक व्याधियां जिस्म दे रोग वो भी सतगुरु जी की कृपा द्वारा नाश होए हैं। आने वाले समय दे विच जेड़ा भी कोई गुरबाणी दा करेगा जाप, उन्होंने अपनिया वड्डियां वड्डियां बीमारियां का भी इलाज करवा लेना है।
ਪਹਿਲਾਂ ਤਾਂ ਆਪਾਂ ਸੋਚਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਜਿਹਨੂੰ ਇਹੋ ਜਿਹਾ ਕੋਈ ਰੋਗ, ਇਹੋ ਜਿਹੀ ਬਿਮਾਰੀ ਚੰਬੜ ਗਈ, ਫਿਰ ਕੀ ਹੁੰਦਾ। ਸਾਧ ਸੰਗਤ ਆਪਾਂ ਸੁਣਦੇ ਹਾਂ ਵੀ ਫਲਾਣਾ ਡਾਕਟਰ ਬੜਾ ਸਿਆਣਾ ਹੈ, ਕਿਤਨੀ ਵੱਡੀ ਉਹਨੇ ਡਿਗਰੀ ਬਾਹਰਲੇ ਕੰਟਰੀਆਂ ਦੇ ਵਿੱਚੋਂ ਪ੍ਰਾਪਤ ਕੀਤੀ ਆ। ਚਲੋ ਆਪਾਂ ਉਹਨੂੰ ਜਾ ਕਰਕੇ ਦਿਖਾਉਂਦੇ ਆ, ਜਿਹਦੇ ਕੋਲ ਹਰ ਵਕਤ ਹੀ ਜਿਹੜੇ ਪੇਸ਼ੈਂਟ ਮਰੀਜ਼ਾਂ ਦੀ ਬੜੀ ਭੀੜ ਲੱਗੀ ਰਹਿੰਦੀ ਹੈ, ਆਪੋ ਆਪਣੇ ਇਲਾਜ ਕਰਵਾਉਣ ਵਾਸਤੇ। ਪਰ ਸਾਧ ਸੰਗਤ ਕਈ ਹੁੰਦੇ ਨੇ ਅਸਾਧ ਰੋਗ, ਵੀ ਉਹਨੂੰ ਕੋਈ ਦਵਾਈਆਂ ਬੂਟੀਆਂ ਦੇ ਨਾਲ ਕਦੇ ਵੀ ਠੀਕ ਨਹੀਂ ਕਰ ਸਕੇਗਾ। ਉਹਨੂੰ ਕਹਿੰਦੇ ਨੇ ਵੈਦਿਕ ਦੇ ਗ੍ਰੰਥਾਂ 'ਚ ਅਸਾਧ ਰੋਗ, ਵੀ ਇਹਦਾ ਕੋਈ ਇਲਾਜ ਨਹੀਂ, ਕੋਈ ਵੀ ਇਹਦਾ ਉਪਾਜਤ ਨਹੀਂ ਹੋ ਸਕੇਗਾ। ਪਰ ਸਾਧ ਸੰਗਤ ਅਗਰ ਕੋਈ ਇਹੋ ਜਿਹਾ ਗੁਰੂ ਕਾ ਪਿਆਰਾ ਮਹਾਂਪੁਰਖਾਂ ਦੇ ਪਾਸ ਆ ਗਿਆ, ਸਾਧ ਸੰਗਤ ਇਹ ਪਹਿਲਾਂ ਵੀ ਕਈ ਵਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ। ਭਾਈ ਮਹਿੰਦਰ ਸਿੰਘ ਇਹ ਨਾ ਕਲਕੱਤੇ ਸ਼ਹਿਰ ਦੇ ਵਿੱਚ ਆਪਣੀ ਗੱਡੀ ਵਗੈਰਾ ਚਲਾਇਆ ਕਰਦਾ। ਕੋਈ ਐਸਾ ਕਰਮਾਂ ਦਾ ਫਲ ਜਦੋਂ ਆ ਗਿਆ, ਇਹਦੇ ਸਾਹਮਣੇ ਕੱਤਕ ਕਰਮ ਕਮਾਵਣੇ, ਆ ਕੱਤਕ ਦਾ ਮਹੀਨਾ ਵੀ ਚੱਲ ਰਿਹਾ ਹੈ। ਕੱਤਕ ਦੇ ਮਹੀਨੇ ਦੁਆਰਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਾਝ ਰਾਗ ਦੇ ਵਿੱਚ ਇਹ ਬਚਨ ਕੀਤੇ ਹੋਏ ਹਨ। ਕੱਤਕ ਕਰਮ ਕਮਾਵਣੇ, ਦੋਸ ਨ ਕਾਉ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕੱਤਕ ਕਰਮ ਕਮਾਵਣੇ, ਕੱਤਕ ਕਰਮ ਕਮਾਵਣੇ, ਕੱਤਕ ਕਰਮ ਕਮਾਵਣੇ, ਦੋਸ ਨ ਕਾਉ ਜੋਗ। ਕੱਤਕ ਦਾ ਮਹੀਨਾ ਦਰਅਸਲ ਕੀ ਹੈ ਸਾਧ ਸੰਗਤ, ਆ ਜਿਹੜਾ ਸਾਡਾ ਮਨੁੱਖਾ ਸਰੀਰ, ਇਹਨੂੰ ਸਤਿਗੁਰੂ ਜੀ ਨੇ ਇੱਕ ਖੇਤ ਦੇ ਸਮਾਨ ਵੀ ਦੱਸਿਆ ਹੋਇਆ ਹੈ। ਜੈਸਾ ਬੀਜੈ ਸੋ ਲਾਉਣਾ, ਕਰਮਾ ਸੰਦੜਾ ਖੇਤ ਜ਼ਿਮੀਂਦਾਰ ਜਿਉਂ ਜੀ ਉਹਨੇ ਖੇਤ ਦੇ ਵਿੱਚ ਫਸਲ ਬੀਜਤੀ, ਉਹੀ ਪੈਦਾ ਹੋਣੀ ਹੈ ਸਮਾਂ ਪਾ ਕੇ। ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਰੀਰ ਰੂਪੀ ਖੇਤ ਹੈ, ਇਹਦੇ ਵਿੱਚ ਜੋ ਵੀ ਆਪਾਂ ਨੇ ਚੰਗੇ ਜਾਂ ਮਾੜੇ
ਕਰਮ ਰੂਪੀ ਬੀਜ ਬੀਜੇ ਹੋਏ ਹਨ। ਉਹਨਾਂ ਦੇ ਮੁਤਾਬਕ ਹੀ ਆ ਸੰਸਾਰ ਦੇ ਅੰਦਰ ਸਾਧ ਸੰਗਤ ਚਾਹੇ ਕੋਈ ਵੀ ਹੈ, ਗਰੀਬ ਹੈ, ਅਮੀਰ ਹੈ, ਬਾਦਸ਼ਾਹ, ਕੰਗਾਲ ਹੈ, ਇਹਨਾਂ ਕਰਮਾਂ ਦਾ ਤਾਂ ਫਲ ਹਰੇਕ ਨੂੰ ਭੁਗਤਣਾ ਹੀ ਪਏਗਾ। ਆ ਜਿਹੜੇ ਕਿਸੇ ਮੌਕੇ ਨਾ ਹਿੰਦੁਸਤਾਨ ਦੇ ਵੱਡੇ ਵੱਡੇ ਚੱਕਰਵਰਤੀ ਰਾਜੇ ਮਹਾਰਾਜੇ ਬਣੇ ਹੋਏ ਸੀ, ਸਾਧ ਸੰਗਤ, ਜਦੋਂ ਉਹਨਾਂ ਦਾ ਆ ਗਿਆ ਨਾ ਆਪਣਾ ਅਖੀਰਲਾ ਟਾਈਮ, ਉਹਨਾਂ ਦੀ ਜਿਹੜੀ ਜ਼ਿੰਦਗੀ ਇੱਥੇ ਹੀ ਮਾਤਲੋ ਦੀ ਧਰਤੀ ਦੇ ਵਿੱਚ ਨਰਕਾਂ ਦੇ ਸਮਾਨ ਬਣ ਗਈ ਸੀ। ਆ ਵਰਤਮਾਨ ਸਮੇਂ ਦੇ ਵਿੱਚ ਵੀ ਤੁਹਾਡੇ ਸਾਹਮਣੇ ਨੇ ਕਿਤਨੀਆਂ ਵੱਡੀਆਂ ਵੱਡੀਆਂ ਉਦਾਹਰਣਾਂ, ਭਾਵੇਂ ਉਹਨਾਂ ਦੇ ਕੋਲ ਕੋਈ ਮਾਇਆ ਦਾ, ਕੋਈ ਧਨ ਦਾ ਘਾਟਾ ਤਾਂ ਹੁੰਦਾ ਨਹੀਂ ਨਾ, ਪਤਾ ਹੀ ਨਹੀਂ ਵੀ ਕਿਤਨਾ ਧਨ, ਕਿਤਨੀ ਮਾਇਆ ਆ ਸਾਡੀ ਬੈਂਕਾਂ ਦੇ ਵਿੱਚ ਜਮ੍ਹਾਂ ਕੀਤੀ ਹੋਈ ਹੈ। ਸਾਧ ਸੰਗਤ, ਉਹਨਾਂ ਨੂੰ ਤਾਂ ਜਿਹੜਾ ਕਰੋੜ ਰੁਪਈਆ, ਇਹ ਵੀ ਬਸ ਸਮਝ ਲਓ ਇੱਕ ਪੈਸੇ ਵਰਗਾ ਹੋਇਆ ਕਰਦਾ। ਹਜ਼ਾਰਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਨ੍ਹਾਂ ਨੇ ਜ਼ਮੀਨਾਂ ਪ੍ਰਾਪਰਟੀਆਂ ਬਣਾਈਆਂ ਹੋਈਆਂ ਸਨ, ਵੱਡੇ ਵੱਡੇ ਬਿਜ਼ਨਸ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਜਿਨ੍ਹਾਂ ਨੇ ਚਲਾਏ ਹੋਏ ਸੀ। ਪਰ ਜਦੋਂ ਆ ਗਿਆ ਨਾ ਇਹੋ ਜਿਹਾ ਲੇਖਾ ਜੋਖਾ ਦੇਣ ਦਾ ਟਾਈਮ, ਕਿਹੋ ਜੀ ਉਹਨਾਂ ਦੀ ਫਿਰ ਦੁਖਦਾਈ ਹਾਲਤ ਹੋਈ। ਜੈਸਾ ਬੀਜੈ ਸੋ ਲਾਉਣਾ, ਕਰਮਾ ਸੰਦੜਾ ਖੇਤ। ਪਰ ਗੁਰਮੁਖੋ ਜਿਹੜੇ ਵੱਡੇ ਭਾਗਾਂ ਵਾਲੇ ਪ੍ਰਾਣੀ ਰੱਬੀ ਬਾਣੀ ਦਾ ਕਿਤੇ ਸ਼ਰਧਾ ਭਾਵਨਾ ਦੇ ਸਹਿਤ ਜਾਪ ਕਰ ਲੈਣ, ਅਤੇ ਉਹਨਾਂ ਦੀਆਂ ਇਹੋ ਜਿਹੀਆਂ ਭਿਆਨਕ ਬਿਮਾਰੀਆਂ ਵੀ ਗੁਰਬਾਣੀ ਦਾ ਜਾਪ ਕਰਦਿਆਂ ਕਰਦਿਆਂ ਬਹੁਤ ਜ਼ਿਆਦਾ ਘਟ ਗਈਆਂ ਸਨ। ਜਿਨ੍ਹਾਂ ਨੇ ਹੁਣ ਇਹੋ ਜਿਹਾ ਬੜੀ ਮਿਹਨਤ ਦੁਆਰਾ ਰੱਬੀ ਬਾਣੀ ਦੇ ਸ਼ਬਦਾਂ ਦਾ ਕਰ ਲਿਆ ਸੀ ਜਾਪ, ਉਹਨਾਂ ਨੇ ਤਾਂ ਇਹੋ ਜਿਹੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਜੜ ਤੋਂ ਹੀ ਖਤਮ ਕਰ ਲਈਆਂ ਸਨ। ਪਰ ਹਰੇਕ ਦੇ ਮਨ ਦੇ ਵਿੱਚ ਆਪਾਂ ਜਾਣਦੇ ਹਾਂ ਨਾ, ਇਤਨੀ ਸ਼ਰਧਾ ਭਾਵਨਾ ਕਦੇ ਪੈਦਾ ਹੀ ਨਹੀਂ ਹੁੰਦੀ। ਹੁਣ ਜਿਹੜਾ ਵਿਚਾਰਾ ਹੈ ਮਾਇਆਤਾਰੀ ਦੁਖੀ ਹੋ ਕੇ ਉਹ ਫਿਰ ਵੱਡੇ ਵੱਡੇ ਵੈਦਾ ਹਕੀਮਾਂ ਡਾਕਟਰਾਂ ਦੇ ਵੱਲ ਹੀ ਦੌੜੇਗਾ ਨਾ, ਵੀ ਕਿਵੇਂ ਨਾ ਕਿਵੇਂ ਇਹ ਮੇਰੀ ਬਿਮਾਰੀ ਖਤਮ ਹੋ ਜਾਏ। ਪ੍ਰਸਾਦ ਸੰਗਤ ਇਸ ਇਲਾਹੀ ਬਾਣੀ ਦੇ ਵਿੱਚ ਵੀ ਬੜੀਆਂ ਤਾਕਤਾਂ, ਬੜੀਆਂ ਜਿਹੜੀਆਂ ਸ਼ਕਤੀਆਂ ਭਰੀਆਂ ਹੋਈਆਂ ਹਨ। ਸਾਂਝੀ ਮਹਾਰਾਜ ਵੀ ਇਹ ਧਾਰਨਾ, ਇਹ ਸ਼ਬਦ ਦੀਵਾਨਾਂ ਦੇ ਵਿੱਚ ਪੜ੍ਹ ਕਰਕੇ ਸੁਣਾਇਆ ਕਰਦੇ ਸੀ ਵੀ ਜਿਨ੍ਹਾਂ ਨੇ ਆ ਦੁਨੀਆ ਦੇ ਵਿੱਚ ਪੈਦਾ ਹੋ ਕੇ ਵਾਹਿਗੁਰੂ ਦੇ ਨਾਮ ਔਰ ਧੁਰ ਕੀ ਬਾਣੀ ਨੂੰ
ਭੁਲਾਇਆ ਹੋਇਆ ਨਾ, ਉਹਦਾ ਫਿਰ ਸਦਾ ਦੇ ਲਈ ਦਿਨ ਰਾਤ ਆ ਜਿਵੇਂ ਹੁੰਦੇ ਨੇ ਕੋਹੜੀ, ਉਹਨਾਂ ਦੇ ਸਮਾਨ ਬਿਲਕਦੇ ਰਹਿੰਦੇ ਹਨ। ਜਿਨੋਂ ਬਿਸਰ ਜੇ ਗੁਰਾਂ ਦੀ ਬਾਣੀ, ਲੋਕੀ ਮੰਗਦੇ ਤੇ ਤਬ ਤੈ ਬਾਰੋ ਬਾਰ, ਤਬ ਤਬ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਬਿਸਰ ਜਾਏ, ਜਿਉ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਕਿਹਨੂੰ ਕਹਿੰਦੇ ਨੇ? ਕੋਹੜੀ ਨੂੰ। ਜਿਉ ਪੱਕਾ ਰੋਗੀ ਬਿਲ ਲਾਏ ਸਾਧ ਸੰਗਤ। ਦੂਸਰੀ ਸਾਈਡ 'ਤੇ ਮਹਾਰਾਜ ਨੇ ਪਰਮਾਤਮਾ ਦੇ ਨਾਮ ਨੂੰ ਜਿਨ੍ਹਾਂ ਨੇ ਭੁਲਾਇਆ ਹੋਇਆ, ਉਹਨਾਂ ਦੇ ਪਰਥਾਏ ਵੀ ਇਹ ਬਚਨ ਆਉਂਦੇ ਨੇ। ਸ੍ਰੀ ਰਾਗ ਦੇ ਵਿੱਚ ਜਦੋਂ ਜਿਹੜਾ ਸੀ ਨਾ ਕਲਯੁਗ, ਗੁਰੂ ਬਾਬਾ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ, ਮਹਾਰਾਜ ਕੋਈ ਨਾ ਕੋਈ ਮੇਰੀ ਆ ਤੁਸ਼ ਜੀ ਬੇਟਾ ਕਰ ਪ੍ਰਵਾਨ ਕਰ ਲੋ, ਮੋਤੀ ਤਾਂ ਮੰਦਰ ਊਸਰ ਹੈ।
रतनी ता होए चढ़ाओ, कस्तूर कुंगू अगर चंदन लेप आवे चाओ। मत देख भूला विसरै तेरा, चित न आवे नाओ। हर बिन जियो जल वल जाओ, मैं अपना गुर पूछ देखिया, अवर नाई थाओ। साध संगत अगर किते दुनियावी पदार्थां दे विच कोई शांति चैन होंदी तां फिर महाराज ने काहनूं एवें इतने वड्डे वड्डे पदार्थ ठकराउणे सन। सतगुरु जी ने भी ओदी बेटा जरूर कबूल करने लैनी सी। ओदा बेचारा बार बार गल दे विच पा करके पल्ला श्री गुरु नानक देव जी महाराज दियां मिन्नतां तरले करदा है। दीनां दे उपर दया करन वाले सतगुरु जी आ देख लो कई दफ़ा आप नूं फिर रोइयां बियावानां च नीले दी छत थले ही रातां कट्टणियां पैंदियां ने। मैं ना तुहाडे रहण दे लई उत्थे पहुँचण तो पहलां पहलां ही इहो ਜਿਹੇ हीरे मोतियां दे बड़े बड़े महल तैयार कर देऊँगा, पर गुरु बाबा जी कहते मत देख भूला बीसरै तेरा, चित न आवे नाओ। हर बिन जियो जल वल जाओ, मैं अपना गुर पूछ देखिया, अवर नाई थाओ। नाम तो बिना जियड़ जल वल जाए, हर बिन जियो जल वल जाओ, मैं अपना गुर पूछ देखिया, अवर नाई थाओ। साध संगत वो जिहड़ा सी पाई महेंद्र नाम करके प्रेमी ना उन्होंने कोई ऐसा कर्मां दा खेल आ जिहड़ी टीवी की बीमारी चिंबड़ गई। अज कल तो ये बड़े बड़े इलाज साइंस ने कढ़ लए हैं, पर उन्हां समयां दे विच टीवी का कोई इलाज विशेष तौर पे नहीं हुंदा सी। उन्हें डॉक्टर पास अपनी चैकअप कराई, कह लगे भी ये तो हुण तेरी जड़ी व्याधि अखीरली स्टेज ते पहुँच गई है, तो हुण साढ़े कोलों तां नहीं कोई इलाज हो सकना। बस 10 दिन तेरे बाकी रह गए हैं। अगर किते तीर दे ऊपर जा कर के शरीर छड्ड दें तेरा फिर भला भी हो सकता है। साध संगत हुण जिन्हों मौत ही सामने देखने लग पई वो की करूगा, वो तो फिर सोचदा ना भी किवें ना किवें मेरा बचाव हो जाए। वो हुण कलकत्ते तो बह गया ट्रेन दे विच, चलो पंजाब दे विच जाके कोई ना कोई इलाज करा लांगे। पर साध संगत राह दे विच
ਕਿਸੇ ਫੌਜੀ ਦੇ ਨਾਲ ਉਹਦਾ ਮੇਲ ਮਿਲਾਪ ਹੋਇਆ, ਆਪਣਾ ਦੁੱਖ ਆਪਣੀ ਪੀੜਾ ਦੱਸੀ। ਉਸ ਜਵਾਨ ਨੂੰ ਵੀ ਮੈਂ ਤਾਂ ਬਸ ਹੁਣ ਕਿਸੇ ਤੀਰ 'ਤੇ ਜਾ ਕੇ ਆਪਣਾ ਸਰੀਰ ਹੀ ਛੱਡਣਾ ਚਾਹੁੰਦਾ, ਹੋਰ ਤਾਂ ਕੋਈ ਉਪਾਅ ਯਤਨ ਹੈ ਨਹੀਂ ਨਾ ਮੇਰੇ ਪਾਸ, ਕੀਤਾ ਵੀ ਕੀ ਜਾਏ। ਉਹ ਕਹਿਣ ਲੱਗਿਆ ਵੀ ਇਸ ਸਮੇਂ ਰਾੜਾ ਸਾਹਿਬ ਵਾਲੇ ਮਹਾਂਪੁਰਖ ਨੇ ਬਹੁਤ ਵੱਡੀ ਮਾਨ ਕਮਾਈ ਦੇ ਮਾਲਕ, ਤੂੰ ਨਾ ਪਾਸ ਚਲਿਆ ਜਾ, ਕੋਈ ਪਤਾ ਨਹੀਂ ਕੋਈ ਵਾਹਿਗੁਰੂ ਦੀ ਐਸੀ ਕਿਰਪਾ ਹੋ ਜਾਏ। ਅਪੁੱਟ ਬਾਤ ਤੈ ਭਈ ਸਿਧਰੀ, ਦੋਟ ਸਚ ਨਹੀਂ। ਆ ਜਿਹੜੀਆਂ ਤੇਰੀਆਂ ਮੱਥੇ ਦੀਆਂ ਤਕਦੀਰਾਂ ਵੀ ਬਦਲ ਸਕਦੀਆਂ ਹਨ। ਸੋ ਆਪਾਂ ਨੇ ਸੰਖੇਪ ਤੌਰ 'ਤੇ ਵਿਚਾਰ ਕਰਨੀ ਹੈ। ਵਿਚਾਰਾ ਟ੍ਰੇਨ ਤੋਂ ਉਤਰ ਕੇ ਆ ਗਿਆ, ਮਹਾਂਪੁਰਖਾਂ ਦੇ ਉਸ ਤਪੋ ਸਥਾਨ 'ਤੇ ਜਿਹਨੂੰ ਅੱਜ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਸੀਸ ਝੁਕਾਉਂਦੀਆਂ ਹਨ। ਕੋਈ ਵੀ ਰਾੜਾ ਸਾਹਿਬ ਦੇ ਨਾਲ ਇਹਦੇ ਨਾਲ ਦੀ ਨਾਲ ਸੁਣਨ ਵਾਲਾ ਦੇਖ ਲਓ ਹੈਰਾਨ ਹੋ ਜਾਂਦਾ ਤੇ ਹੈ ਤੂੰ ਰਾੜਾ ਸਾਹਿਬ ਤੋਂ ਆਇਆ। ਸਾਧ ਸੰਗਤ ਜੇ ਸੋਚਿਆ ਜਾਏ, ਇੱਕ ਮਾਈ ਮਹਾਂਪੁਰਖਾਂ ਨੇ ਕਿਹੜੀ ਵਸਤੂ ਦੀ ਕੀਤੀ? ਵਾਹਿਗੁਰੂ ਦੇ ਸਿਮਰਨ ਦੇ ਵਿੱਚ ਹੀ ਵੱਡੀਆਂ ਵੱਡੀਆਂ ਬਰਕਤਾਂ ਭਰੀਆਂ ਹੋਈਆਂ ਹਨ। ਸਾਧ ਸੰਗਤ ਵਿਚਾਰਾ ਵੱਡੇ ਸਾਂਝੀ ਮਹਾਰਾਜ ਦੇ ਪਾਸ ਭੁੱਬਾ ਮਾਰ ਕੇ ਰੋਣ ਲੱਗ ਪਿਆ। ਆਪਣੀਆਂ ਰਿਪੋਰਟਾਂ ਵੀ ਮਹਾਂਪੁਰਖਾਂ ਦੇ ਸਾਹਮਣੇ ਰੱਖ ਦਿੱਤੀਆਂ ਵੀ ਬਸ ਮੈਂ ਤਾਂ ਇੱਥੇ ਆਪ ਜੀ ਦੇ ਸਥਾਨ 'ਤੇ ਸਰੀਰ ਤਿਆਗਣ ਵਾਸਤੇ ਆਏ ਹਾਂ। ਪਰ ਉਸ ਸਮੇਂ ਸਾਂਝੀ ਮਹਾਰਾਜ ਕਹਿਣ ਲੱਗੇ, ਭਾਈ ਘਬਰਾਉਣਾ ਕਾਹਨੂੰ ਹੈ ਤੂੰ? ਇਹ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਬਾਰ ਹੈ ਐਸਾ, ਕਈ ਬੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਤਾਰੀ। ਸਾਧ ਸੰਗਤ ਉਸ ਟਾਈਮ 'ਤੇ ਫਿਰ ਮਹਾਂਪੁਰਖਾਂ ਨੇ ਹੁਕਮ ਕੀਤਾ ਵੀ ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਤ ਬਚਾਵੈ। ਇਸ ਸ਼ਬਦ ਦਾ ਜਿਹੜਾ ਜਾਪ ਕਰਨ ਦੇ ਲਈ ਬੜੇ ਸਾਂਝੀ ਮਹਾਰਾਜ ਨੇ ਆਗਿਆ ਕਰਤੀ ਵੀ ਮੂੰਹ ਬੰਨ ਕੇ ਬਸ ਤਾਂ ਇਸ ਸ਼ਬਦ ਦਾ ਜਾਪ ਕਰੀ ਜਾਣਾ। ਉਹ ਕਹਿਣ ਲੱਗਿਆ, ਮਹਾਰਾਜ ਮੈਨੂੰ ਹੈਗੀ TB ਦੀ ਬਿਮਾਰੀ, ਜੇ ਕੋਈ ਉੱਥੇ ਲੰਗਰ ਦੇ ਵਿੱਚ ਟੋਕਣ ਲੱਗ ਪਿਆ ਮੈਂ ਕੀ ਕਰੂੰ? ਸਾਂਝੀ ਮਹਾਰਾਜ ਕਹਿਣ ਲੱਗੇ ਵੀ ਤੂੰ ਆਪਣੇ ਮੂੰਹ 'ਤੇ ਪੱਟੀ ਬੰਨ੍ਹ ਕੇ ਨਾ ਸੰਗਤਾਂ ਦੇ ਝੂਠੇ ਬਰਤਨ ਵੀ ਲੰਗਰ ਦੇ ਵਿੱਚ ਮਾਂਜਣੇ ਹਨ। ਬਚਨ ਮੰਨ ਲਿਆ ਨਾ ਉਹਨੇ ਮਹਾਂਪੁਰਖਾਂ ਦਾ, ਮੂੰਹ 'ਤੇ ਬੰਨ ਕਰਕੇ ਪੱਟੀ। ਸਾਧ ਸੰਗਤ ਰਸਨਾ ਦੇ ਨਾਲ ਤਾਂ ਉਹਨੇ ਫਿਰ ਰੋਗਨ ਤੇ ਯਾਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਵਿੱਚ ਆਵੈ ਇਹ ਸ਼ਬਦ ਦਾ ਜਪ ਕਰਨ ਲੱਗ ਪਿਆ ਤੇ ਹੱਥਾਂ ਦੇ ਨਾਲ ਫਿਰ ਗੁਰੂ ਬਾਬਾ ਜੀ ਦੇ ਦਰ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਾਧ ਸੰਗਤ ਸੇਵਾ ਔਰ ਰੱਬੀ ਬਾਣੀ ਦਾ ਜਾਪ
ਕਰਦਿਆਂ ਇੱਕ ਰੋਜ਼ ਇਹੋ ਜਿਹਾ ਟਾਈਮ ਵੀ ਆ ਗਿਆ ਭਾਈ ਮਹਿੰਦਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਸਾਹਮਣੇ ਡਾਕਟਰ ਦਾ ਕਹਿੰਦੇ ਸੀ ਬਸ 10 ਕੁ ਦਿਨ ਰਹਿ ਗਏ ਤੇਰੇ ਸੰਸਾਰ ਦੇ ਵਿੱਚ ਜਿਉਣ ਦੇ। ਪਰ ਐਸੀ ਮਹਾਂਪੁਰਖਾਂ ਨੇ ਕਿਰਪਾ ਕੀਤੀ। ਛੋਟੇ ਸਾਂਝੀ ਮਹਾਰਾਜ ਵੀ ਇਹ ਬਚਨ ਸੁਣਾਇਆ ਕਰਦੇ ਸੀ ਸ਼ਾਮ ਦੇ ਟਾਈਮ 'ਤੇ ਕਈ ਦਫਾ ਉਹਦੇ। ਇਤਨਾ ਸਰੀਰ ਉਹਦਾ ਬਲਵਾਨ ਹੋ ਗਿਆ, ਸਾਧ ਸੰਗਤ ਕੱਲਾ ਹੀ ਜਿਹੜੇ ਹੁੰਦੇ ਨੇ ਗਾਡਰ ਲੋਹੇ ਦੇ ਪਾਰੇ ਮੋਢੇ ਦੇ ਉੱਪਰ ਚਾ ਕਰਕੇ ਕੋਠੇ 'ਤੇ ਚੜ੍ਹ ਜਾਇਆ ਕਰਦਾ ਸੀ। ਇਹ ਬਰਕਤ ਕਿਹਦੀ ਹੈ? ਨਾਮ ਔਰ ਬਾਣੀ ਦੀ। ਸਾਧ ਸੰਗਤ ਕੱਲ੍ਹ ਨੂੰ ਪੂਰਨਮਾਸ਼ੀ ਦਾ ਵੀ ਦਿਹਾੜਾ ਹੈ। ਇਸ ਦਿਨ ਇੱਕ ਇਹੋ ਜਿਹੇ ਮਹਾਂਪੁਰਖਾਂ ਦਾ ਜਨਮ ਵੀ ਹੋਇਆ ਸੀ ਜਿਹਨੂੰ ਅੱਜ ਤੱਕ ਮਾਤ ਲੋਕ ਦੀ ਧਰਤੀ ਦੇ ਉੱਪਰ ਭਗਵਾਨ ਵਾਲਮੀਕ ਜੀ ਕਰਕੇ ਉਹਨਾਂ ਦੀ ਪੂਜਾ ਹੋ ਰਹੀ ਹੈ ਤੁਹਾਡੇ ਸਾਹਮਣੇ। ਦੋ ਜਿਹੜੇ ਵਾਲਮੀਕਾਂ ਦਾ ਨਾਮ ਪੰਡਤ ਨਾਰਾਇਣ ਸਿੰਘ ਜੀ ਨੇ ਭਗਤ ਮਾਲਾ ਦੇ ਵਿੱਚ ਲਿਖਿਆ ਹੋਇਆ ਹੈ। ਇੱਕ ਤਾਂ ਉਹ ਵਾਲਮੀਕ ਸਾਧ ਸੰਗਤ ਜਦੋਂ ਪੰਜੇ ਪਾਂਡਵ ਪੰਜੇ ਭਰਾ ਯੁਧਿਸ਼ਠਿਰ ਹੈ, ਭੀਮ ਹੈ, ਅਰਜੁਨ ਹੈ, ਨਕੁਲ ਹੈ, ਸਹਿਦੇਵ, ਇਹਨਾਂ ਨੇ ਬੇਨਤੀ ਕੀਤੀ ਦੁਆਪਰ ਯੁੱਗ ਦਾ ਅਵਤਾਰ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ 'ਚ ਮਹਾਰਾਜ ਜਦੋਂ ਹੁਣ ਅਸੀਂ ਦੁਰਯੋਧਨ ਨਾਲ ਕੀਤਾ ਨਾ ਬਹੁਤ ਵੱਡਾ ਮਹਾਭਾਰਤ ਦਾ ਯੁੱਧ, ਪਤਾ ਨਹੀਂ ਉੱਥੇ ਕਿਤਨੇ ਪ੍ਰਾਣੀ ਮਾਰੇ ਵੀ ਗਏ ਸੱਚੇ। ਕੋਈ ਹੁਣ ਜੰਗ ਦੇ ਵਿੱਚ ਕਿਸੇ ਦੀ ਕੋਈ ਲਿਹਾਜ਼ ਥੋੜ੍ਹੀ ਕੀਤੀ ਜਾਂਦੀ ਹੈ। ਜਿਹੜਾ ਸਾਹਮਣੇ ਆ ਗਿਆ ਫਿਰ ਉਹਦੇ ਉੱਪਰ ਤਾਂ ਸ਼ਾਸਤਰ ਚਲਾਉਣੇ ਹੀ ਪੈਂਦੇ ਹਨ। ਉਸ ਸਮੇਂ ਕਹਿਣ ਲੱਗੇ ਭਗਵਾਨ ਕ੍ਰਿਸ਼ਨ ਜੀ ਨੂੰ ਪੰਜੇ ਪਾਂਡਵ ਇਕੱਠੇ ਹੋ ਕੇ ਵੀ ਸਾਡੇ ਕੋਲੋਂ ਕੋਈ ਇਹੋ ਜਿਹਾ ਜੱਗ ਕਰਵਾ ਦਿਓ ਜਿਸ ਕਰਕੇ ਆ ਜਿਹੜੇ ਪਾਪ ਹੋ ਗਏ ਹਨ ਇਹਨਾਂ ਦੀ ਨਿਵਰਤੀ ਹੋ ਜਾਏ। ਖੈਰ ਸਾਧ ਸੰਗਤ ਉਸ ਸਮੇਂ ਇੱਕ ਜਿਹੜਾ ਕਹਿੰਦੇ ਸ਼ੰਖ ਭਗਵਾਨ ਕ੍ਰਿਸ਼ਨ ਜੀ ਨੇ ਪਹਿਲਾਂ ਹੀ ਬਹੁਤ ਵੱਡੇ ਨਾ ਬਾਂਸ ਦੇ ਉੱਪਰ ਲਟਕਾ ਤਾ। ਕਹਿਣ ਲੱਗੇ ਵੀ ਦੇਖੋ ਨਿਸ਼ਾਨੀ ਇਹੀ ਹੈ ਤੁਹਾਡਾ ਜਦੋਂ ਇਹ ਅਸਮੇਧ ਜੱਗ ਸੰਪੂਰਨ ਹੋ ਗਿਆ, ਇਹਨੇ ਆਪਣੇ ਆਪ ਹੀ ਵੱਜਣ ਲੱਗ ਜਾਣਾ। ਇਹਦੀ ਜਿਹੜੀ ਆਵਾਜ਼ ਨਾ ਤਿੰਨੇ ਲੋਕਾਂ ਦੇ ਵਿੱਚ ਸੁਣਾਈ ਦੇਊਗੀ। ਜੱਗ ਵੀ ਹੋ ਗਿਆ, ਅਰਬਾਂ ਖਰਬਾਂ ਰੁਪਈਆ ਵੀ ਵਿਚਾਰਿਆਂ ਨੇ ਖਰਚ ਕਰਤਾ, ਜਿਹਦੇ ਪ੍ਰਯੋਗ ਦੇ ਵਿੱਚ ਵੀ ਲੱਖਾਂ ਆਦਮੀਆਂ ਨੇ ਆ ਕਰਕੇ ਆਪੋ ਆਪਣੀਆਂ ਸੇਵਾਵਾਂ ਨਿਭਾਈਆਂ। ਸ਼ੰਖ ਫਿਰ ਵੀ ਨਹੀਂ ਵੱਜਿਆ। ਹੁਣ ਸ਼ੰਕਾ ਪੈਣਾ ਤਾਂ ਕੁਦਰਤੀ ਗੱਲ ਹੈ ਨਾ। ਪੰਜੇ ਭਰਾ ਇਕੱਠੇ ਹੋ ਕੇ ਫਿਰ ਚਲੇ ਗਏ ਭਗਵਾਨ ਕ੍ਰਿਸ਼ਨ ਜੀ ਦੇ ਪਾਸ। ਮਹਾਰਾਜ ਕੀ ਗੱਲ ਹੋ ਗਈ? ਅਜੇ ਤੱਕ ਸ਼ੰਖ ਨਹੀਂ ਵੱਜਿਆ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਦੇਖੋ ਤੁਹਾਡੇ ਜੱਗ ਦੇ ਵਿੱਚ ਕਿਹੋ ਜਿਹੇ ਭਗਵਾਨ ਦੇ ਪਿਆਰੇ ਨੇ ਆਪਣੇ ਚਰਨੀ ਪਾਏ। ਉਹ ਕਹਿਣ ਲੱਗੇ ਵੀ ਅਸੀਂ ਤਾਂ ਹੁਣ ਕੱਲੇ ਕੱਲੇ ਡੇਰਿਆਂ ਆਸ਼ਰਮਾਂ ਸਾਧੂਆਂ ਮਹਾਤਮਾ ਦੇ ਪਾਸ ਪਹਿਲਾਂ ਹੀ ਨਿਮੰਤਰਣ ਭੇਜ ਦਿੱਤੇ ਹਨ। ਅਗਰ ਕੋਈ ਆਪ ਚੱਲ ਕਰਕੇ ਨਹੀਂ ਆਇਆ
ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਭਾਈ ਉਹ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਜ਼ਾਹਰ ਨਹੀਂ ਕਰਨਾ ਚਾਹੁੰਦਾ। ਉਹਦੀ ਜਿਹੜੀ ਅਵਸਥਾ ਹੈ, ਜਾਂ ਫਿਰ ਉਹ ਆਪ ਖੁਦ ਜਾਣਦਾ ਜਾਂ ਮੈਨੂੰ ਪਤਾ ਹੈ। ਹੋਰ ਕੋਈ ਵੀ ਦੁਨੀਆਦਾਰ ਲੋਕ ਉਹਦੀ ਮਹਿਮਾ ਵਡਿਆਈ ਨੂੰ ਜਾਣ ਹੀ ਨਹੀਂ ਸਕੇ। ਖਟ ਕਰਮ ਕੁਲ ਸੰਜੁਗਤ ਹੈ, ਹਰ ਭਗਤ ਹਿਰਦੈ ਨਾਏ, ਚਰਨਾਰ ਬਿੰਦਨ ਕਥਾ ਭਾਵੈ, ਸੁਪਜ ਤੁਲ ਸਮਾਨ, ਰੇਚਤ ਚੇਤਾ ਚੇਤ, ਕਾਇ ਨ ਬਾਲਮੀਕਾ ਦੇਖ, ਕਿਸ ਜਾਤ ਤੇ ਕੇ ਪਦ ਅਮਰਿਓ, ਰਾਮ ਭਗਤ ਬਸੇਕ, ਸਵਾਨ ਸਤਰ ਜਾਨ ਕ੍ਰਿਸ਼ਨ, ਕ੍ਰਿਸ਼ਨ ਲਾਵੈ ਹੇਤ, ਲੋਕ ਬਪਰਾ ਕਿਆ ਸਰਾਹੈ, ਤੀਨ ਲੋਕ ਪ੍ਰਵੇਸ਼। ਸਤਿਗੁਰੂ ਜੀ ਨੇ ਉਸ ਸਤਿਪੁਰਸ਼ ਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜ਼ਿਕਰ ਕੀਤਾ ਹੋਇਆ। ਰੇ ਮਨ ਚੇਤ ਅਚੇਤ, ਕਾਇ ਨਾ ਬਾਲਮੀਕਾ ਦੇਖ, ਵੀ ਜਿਹੜੇ ਇੱਕ ਭੰਗੀਆਂ ਦੀ ਕੁਲ ਦੇ ਵਿੱਚ ਪੈਦਾ ਹੋਣ ਵਾਲੇ, ਕਿਸ ਜਾਤ ਤੇ ਕੇ ਪਦਾ ਅਮਰਿਓ, ਰਾਮ ਭਗਤ ਵਸੇਕ। ਪਰ ਉਹਨਾਂ ਨੇ ਐਸੀ ਵਾਹਿਗੁਰੂ ਦੀ ਕੀਤੀ ਬੰਦਗੀ, ਸਵਾਨ ਸਤਰ ਅਜਾਨ ਸਭ ਤੇ ਕ੍ਰਿਸ਼ਨ ਲਾਵੈ ਹੇਤ, ਲੋਕ ਬਪਰਾ ਕਿਆ ਸਰਾਹੈ, ਤੀਨ ਲੋਕ ਪ੍ਰਵੇਸ਼। ਜਦੋਂ ਵਾਲਮੀਕ ਜੀ ਨੇ ਆ ਕਰਕੇ ਆਪਣੇ ਮੁਬਾਰਕ ਚਰਨ ਪਾਏ, ਤਾਂ ਫਿਰ ਸਾਧ ਸੰਗਤ ਉਹ ਜਿਹੜਾ ਬਾਂਹ ਦੇ ਉੱਪਰ ਟੰਗਿਆ ਹੋਇਆ ਸੰਖ ਵੱਜਿਆ ਤਾਂ ਜ਼ਰੂਰ, ਪਰ ਢਿੱਲਾ ਜਿਹਾ, ਮਾੜੀ ਜਿਹੀ ਢਿੱਲੀ ਜਿਹੀ ਆਵਾਜ਼ ਨਿਕਲੀ ਉਹਦੇ ਵਿੱਚੋਂ। ਫਿਰ ਸੋਚਣ ਲੱਗੀ ਵੀ ਚੰਗੀ ਤਰ੍ਹਾਂ ਵੱਜਿਆ ਨਹੀਂ ਹੈ, ਕੀ ਕਾਰਨ ਹੈ? ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਦਰੋਪਤਾ ਨੂੰ ਜਾ ਕੇ ਪੁੱਛੋ, ਫਿਰ ਪਤਾ ਲੱਗੂ। ਉਹਨੇ ਵੀ ਮਨ ਦੇ ਵਿੱਚ ਸ਼ੰਕਾ ਧਾਰਨ ਕਰ ਲਈ ਵੀ ਭਾਵੇਂ ਪਰਮਾਤਮਾ ਦਾ ਭਗਤ ਜ਼ਰੂਰ ਬਣ ਗਿਆ, ਪਰ ਅਜੇ ਤੱਕ ਇਹਨੂੰ ਦੁਨਿਆਵੀ ਪਦਾਰਥ ਖਾਣ ਦਾ ਕੋਈ ਵੀ ਚੱਜ ਸੂਰ ਨਹੀਂ ਮਿਲਿਆ। ਸਾਰੀ ਪਦਾਰਥ ਇੱਕ ਬਰਤਨ ਦੇ ਵਿੱਚ ਇਕੱਠੇ ਕਰ ਲਏ, ਜੋ ਵੀ ਇਹਨਾਂ ਨੇ ਸਮੇਤ ਜਗ ਦੇ ਵਿੱਚ ਬਣਾਏ ਹੋਏ ਸਨ। ਸਾਧ ਸੰਗਤ ਉਸ ਸਮੇਂ ਦਰੋਪਤਾ ਨੇ ਦੱਸਿਆ ਵੀ ਮੇਰੇ ਮਨ ਦੇ ਵਿੱਚ ਭੁਲੇਖਾ ਜਿਹਾ ਪੈਦਾ ਹੋ ਗਿਆ ਸੀ ਇਹਨਾਂ ਦੀ ਆ ਲੀਲਾ ਨੂੰ ਦੇਖ ਕਰਕੇ। ਪਰ ਜਦੋਂ ਉਸ ਸਮੇਂ ਵਾਲਮੀਕ ਜੀ ਨੂੰ ਇਹਨਾਂ ਨੇ ਸਮਝ ਲਿਆ ਵੀ ਇਹ ਤਾਂ ਬੰਦਗੀ ਕਰਦੇ ਆ ਉਸ ਪ੍ਰਭੂ ਦਾ ਹੀ ਰੂਪ ਹੋ ਚੁੱਕੇ ਹਨ। ਰੇ ਚਿਤ ਚੇਤ ਚੇਤ, ਕਾਇ ਨ ਬਾਲਮੀਕਾ ਦੇਖ, ਕਿਸ ਜਾਤ ਤੇ ਕਿਹੜੀ ਜਾਤ ਦੇ ਵਿੱਚ ਪੈਦਾ ਹੋਏ, ਕਿਸ ਜਾਤ ਤੇ ਕੇ ਪਦ ਅਮਰਿਓ, ਤੀਨ ਲੋਕ ਪ੍ਰਵੇਸ਼। ਕਹਿੰਦੇ ਉਹਨਾਂ ਦੀ ਵਡਿਆਈ, ਉਹਨਾਂ ਦੀ ਮਹਿਮਾ ਦੇ ਡੰਕੇ ਤਾਂ ਤਿੰਨੇ ਲੋਕਾਂ ਦੇ ਵਿੱਚ ਵੱਜ ਗਏ ਸਨ। ਸੋ ਸਾਧ ਸੰਗਤ ਭਗਵਾਨ ਵਾਲਮੀਕ ਜੀ ਨੇ ਜਦੋਂ ਚਰਨ ਪਾਏ, ਤਾਂ ਫਿਰ ਉਹਨਾਂ ਪੰਜੇ ਪਾਂਡਵਾਂ ਦਾ ਜਗ ਸੰਪੂਰਨ ਹੋਇਆ। ਦੂਸਰੇ ਨੰਬਰ 'ਤੇ ਉਲਟਾ ਜਾਪ, ਜਪਤ ਜਗ ਜਾਨਾ, ਵਾਲਮੀਕ ਪਏ ਬ੍ਰਹਮ ਸਮਾਨਾ। ਨਾਮ ਜਪਦਿਆਂ
ਸਾਧ ਸੰਗਤ ਉਲਟਾ ਜਾਪ ਜਪਤ ਜਗ ਜਾਨਾ। ਰਿਸ਼ੀਆਂ ਨੇ ਦੇਖਿਆ ਵੀ ਇਹ ਤਾਂ ਪਾਪੀ ਹੈ, ਦੋ ਟਾਈਮ ਮੈਲੇ ਮਨ ਵਾਲਾ, ਮਰਾਂ ਮਰਾਂ ਦਾ ਜਾਪ ਕਰਨ ਵਾਸਤੇ ਉਹਨਾਂ ਨੇ ਹੁਕਮ ਕਰਤਾ ਵੀ ਇੱਥੇ ਬਹਿ ਕੇ ਮਰਾਂ ਮਰਾਂ ਦਾ ਜਾਪ ਕਰੀ। ਚੱਲ ਫਲ ਕੀ ਪ੍ਰਾਪਤ ਹੋਇਆ? ਉਲਟਾ ਜਾਪ ਜਪਤ ਜਗ ਜਾਨਾ ਬਾਲਮੀਕ ਪਏ ਬ੍ਰਹਮ ਸਮਾਨਾ। ਉਹੀ ਬਾਲਮੀਕ ਧੜਵੀ ਡਾਕੂ ਪਬਲਿਕ ਨੂੰ ਪਰਾਂ ਦੇ ਵਿੱਚ ਲੁੱਟਣ ਵਾਲਾ ਪਰਮਾਤਮਾ ਦਾ ਰੂਪ ਹੀ ਬਣ ਗਿਆ ਸੀ। ਕੱਲ੍ਹ ਦੇ ਦਿਨ ਸਾਧ ਸੰਗਤ ਜਿਸ ਨੂੰ ਅੱਜ ਵੀ ਜਿਹੜੇ ਪੁਰਾਣੀ ਬੜੀ ਸ਼ਰਧਾ ਭਾਵਨਾ ਦੇ ਸਹਿਤ ਭਗਵਾਨ ਵਾਲਮੀਕ ਜੀ ਕਹਿ ਕੇ ਉਹਨਾਂ ਦੀ ਪੂਜਾ ਕਰਦੇ ਹਨ। ਇਸ ਕਰਕੇ ਸਾਧ ਸੰਗਤ ਨਾਮ ਔਰ ਬਾਣੀ ਦੇ ਵਿੱਚ ਨੇ ਬਹੁਤ ਵੱਡੀਆਂ ਵੱਡੀਆਂ ਬਰਕਤਾਂ ਰਹਿਮਤਾਂ ਭਰੀਆਂ ਹੋਈਆਂ। ਹਮ ਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਹਉ ਬਲ ਬਲ ਜਾਉ ਔਰ ਮਈਆ ਕਾਰਣੇ ਕਾਰਨ ਕਵਨ ਬੋਲ ਬਹੁਤ ਜਨ ਵਿਛਰੇ ਤੇ ਮਾਧੋ। ਇਹ ਜਨਮ ਤੁਮਾਰੇ ਲੇਖੇ ਕਰ ਅਵਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਆਸਾ ਲਗ ਜੀ ਜੀਵਾ ਪਿਆਰਿਆ ਸਾਧ ਸੰਗਤ ਇਹੋ ਜਿਹੇ ਜਗਿਆਸੂਆਂ ਨੇ ਦੇ ਲੋ ਵਾਹਿਗੁਰੂ ਦਾ ਨਾਮ ਜਪਦਿਆਂ ਕਿਤਨੇ ਵੱਡੇ ਮੁਰਾਤਬੇ ਹਾਸਿਲ ਕੀਤੇ ਸਨ। ਸੋ ਥੋੜ੍ਹਾ ਟਾਈਮ ਪਾਈ ਸਾਰਿਆਂ ਨੇ ਜਾਪ ਦੇ ਵਿੱਚ ਵੀ ਬੋਲ ਕਰਕੇ ਹਾਜ਼ਰੀ ਲਵਾਉਣੀ ਹੈ। ਉਹ ਤੋਂ ਉਪਰੰਤ ਨਾਲ ਦੀ ਨਾਲ ਸਮਾਪਤੀ ਕੀਤੀ ਜਾਏਗੀ। ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ। ਆਓ ਭਾਈ 5 ਵਾਰ ਆਪਾਂ ਸਾਰਿਆਂ ਨੇ ਮੂਲ ਮੰਤਰ ਦਾ ਜਾਪ ਵੀ ਜ਼ੁਬਾਨ ਦੇ ਨਾਲ ਕਰਨਾ। ਜਦੋਂ ਬੋਲਾਂਗੇ ਇਹ ਜਿਹੜਾ ਮੂਲ ਮੰਤਰ ਦਾ ਜਾਪ ਆਪਣੇ ਜ਼ੁਬਾਨੀ ਕੰਠ ਦਾ ਆਪਣੇ ਆਪ ਹੀ ਹੋ ਜੂ। ਜਿਹੜੇ ਮੂਲ ਮੰਤਰ ਦਾ ਵੀ ਕਿਤੇ ਜਾਪ ਕਰ ਲੈਣ ਸਾਧ ਸੰਗਤ
ਉਹਨਾਂ ਦੇ ਉੱਪਰ ਵੀ ਗੁਰੂ ਬਾਬਾ ਜੀ ਦੀਆਂ ਬੜੀਆਂ ਰਹਿਮਤਾਂ, ਬੜੀਆਂ ਜਿਹੜੀਆਂ ਖੁਸ਼ੀਆਂ ਆਪਣੇ ਆਪ ਹੀ ਹੋ ਜਾਂਦੀਆਂ ਨੇ। ਖੁਸ਼ੀਆਂ ਹੋਣਗੀਆਂ ਤਾਂ ਜੇ ਆਪਾਂ ਫਿਰ ਸਤਿਗੁਰੂ ਜੀ ਦਾ ਹੁਕਮ ਮੰਨਦਿਆਂ ਹੋਇਆ ਭਾਈ ਘਰਾਂ ਦੇ ਵਿੱਚ ਜਾ ਕਰਕੇ ਵੀ ਇਸੇ ਤਰ੍ਹਾਂ ਮੂਲ ਮੰਤਰ ਦਾ ਅਭਿਆਸ ਕਰਦੇ ਰਹਾਂਗੇ। ਸੋ ਥੋੜ੍ਹਾ ਟਾਈਮ ਸਾਰੀਆਂ ਸੰਗਤਾਂ ਨੇ ਮੂਲ ਮੰਤਰ ਦੇ ਵਿੱਚ ਵੀ ਬੋਲਣ ਦੀ ਕਿਰਪਾਲਤਾ ਕਰਨੀ ਹੈ। ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਜੁਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਸਤਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਜਪ ਜਪ ਆਦ ਸੱਚ ਆਦ ਸੱਚ ਜੁਗਾਦ ਸੱਚ ਜੁਗਾਦ ਸੱਚ ਹੈ ਵੀ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਨਾਨਕ ਹੋਸੀ ਵੀ ਸੱਚ ਆਓ ਸਾਧ ਸੰਗਤ ਦਾਦੀ ਤਨਿਕ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਸੋ ਸੰਗਤਾਂ ਨੇ ਜੋ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਦੋ ਪ੍ਰੇਮ ਬੈਠੇ ਮਹਾਂਪੁਰਖ ਇਸੇ ਤਰ੍ਹਾਂ ਸੰਤ ਬਾਬਾ ਬਲਵੰਤ ਸਿੰਘ ਜੀ ਲੰਗਰਾਂ ਵਾਲੇ ਉਹਨਾਂ ਦੀ ਮਿੱਟੀ ਔਰ ਨਿੱਘੀ ਜ਼ਾਤ ਨੂੰ ਮੁੱਖ ਰੱਖਦਿਆਂ ਹੋਇਆਂ ਭਾਈ ਅਮਨਦੀਪ ਸਿੰਘ ਦੇ ਸਮੂਹ ਪਰਿਵਾਰ ਦੇ ਵੱਲੋਂ ਰੱਬੀ ਬਾਣੀ ਦੇ ਜਾਪ ਔਰ ਬਹੁਤ ਸਾਰੇ ਵੱਡੇ ਭਾਗਾਂ ਵਾਲੇ ਗੁਰਮੁਖਾਂ ਨੇ ਇਸ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਕੇ ਲੰਗਰਾਂ ਦੇ ਵਿੱਚ ਜਿਨ੍ਹਾਂ ਨੇ ਵੀ ਤਨ ਮਨ ਧਨ ਕਰਕੇ ਕੀਤੀ ਹੈ ਸੇਵਾ,
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨ ਕੋਟ ਸ਼ੁਕਰਾਨਾ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ। ਸੋ ਆਓ ਹੁਣ ਸਾਰੇ ਪਹਿਲਾਂ ਆਨੰਦ ਸਾਹਿਬ ਦੇ ਵਿੱਚ ਬੋਲੋ। ਉਹ ਤੋਂ ਉਪਰੰਤ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਏਗੀ। ਗੁਰਪੂਰਾ ਜਿਨ ਸਿਮਰਿਆ ਸਈ ਪਏ ਨਿਹਾਲ, ਨਾਨਕ ਨਾਮ ਅਰਾਧਨਾ ਕਾ